ਤੁਹਾਡੇ ਸਾਹਮਣੇ ਇੱਦਾਂ ਇੱਦਾਂ ਵਿਰੋਧੀ ਦਾ ਕੰਮ ਕੀ ਹੁੰਦਾ ਹੈ। ਵਿਰੋਧੀਆਂ ਦਾ ਸਾਨੂੰ ਉਹ ਕਹਿੰਦੇ ਵੀ ਪੰਜਾਬ 'ਚ ਮਹਾਮਾਰੀ ਦਾ ਕੰਟਰੋਲ ਨਹੀਂ ਹੋਇਆ। ਸਾਰਾ ਸੰਸਾਰ ਕੂਕਦਾ ਕਿ ਪੰਜਾਬ ਨੰਬਰ 1 'ਤੇ ਹੈਗਾ। ਸਾਰਾ ਸੰਸਾਰ ਕੂਕਦਾ ਕਿ ਪੰਜਾਬ ਨੇ ਤਰੱਕੀ ਕੀਤੀ ਹੈ, ਪੰਜਾਬ ਨੇ ਸਮੇਂ ਸਿਰ ਸਾਰੇ ਫੈਸਲੇ ਲਏ ਨੇ। ਪੰਜਾਬ ਨੇ ਅਸੀਂ ਜੋ ਮੈਨੀਫੈਸਟੋ 'ਚ ਆਪਣੇ ਵਾਅਦੇ ਕੀਤੇ ਆ ਕੱਲਾ ਕੱਲਾ ਪੂਰਾ ਕਰਨਾ ਹੈ। ਉਹਨਾਂ ਨੂੰ ਤਕਲੀਫ ਹੈ ਕਿ ਵੀ ਅਸੀਂ ਪਾਵਰ ਤੋਂ ਬਾਹਰ ਕਿਉਂ ਹੈਗੇ, ਪਰ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਣਾ। ਸੱਚੇ ਪਾਤਸ਼ਾਹ ਦੀ ਪਾਕ ਬਖਸ਼ਿਸ਼ ਹੋਣੀ ਹੈ। ਅਗਲੀ ਵਾਰ ਸਰਕਾਰ ਦਬ ਕੇ ਬਣਾਵਾਂਗੇ। ਤੇ ਮੈਨੂੰ ਨਾ ਮਿਲਿਓ ਕਦੇ ਫੌਜ ਦਾ ਜਰਨੈਲ ਜਿਹੜਾ ਚੀਫ ਆਫ ਦਾ ਆਰਮੀ ਸਟਾਫ ਹੈ ਕਦੇ ਬਾਰਡਰ ਤੇ ਦੇਖਿਆ ਖੜਾ ਨਹੀਂ ਜਾਂਦਾ। ਉਹਨੇ ਸਾਰਾ ਕੰਟਰੋਲ ਕਰਨਾ, ਉਹਨੇ ਸਾਰਾ ਕੁਝ ਦੇਖਣਾ, ਉਹਨੇ ਪਿੱਛੇ ਬੈਠ ਕੇ ਉਹਨੇ ਸਾਰੀ ਮੈਨੇਜਮੈਂਟ ਕਰਨੀ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿੱਥੇ ਉਹਨਾਂ ਕੁਝ ਸਮਾਂ ਬੈਠ ਕੇ ਕੀਰਤਨ ਸਰਵਣ ਕੀਤਾ। ਉੱਥੇ ਹੀ ਉਹਨਾਂ ਲੰਗਰ ਹਾਲ ਵਿੱਚ ਆਮ ਸ਼ਰਧਾਲੂਆਂ ਦੇ ਨਾਲ ਉਹਨਾਂ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਅਤੇ ਬੀਤੇ ਦਿਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅਰਦਾਸ ਕਰਕੇ ਕਰੋਨਾ ਵਰਗੀ ਮਹਾਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਅਰਦਾਸ ਕੀਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਖਤਮ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੇਸ਼ੱਕ ਇਸ ਨੂੰ ਸਮਾਂ ਲੱਗੇਗਾ ਪਰ ਜਲਦੀ ਇਸ ਨੂੰ ਖਤਮ ਵੀ ਕੀਤਾ ਜਾਵੇਗਾ। ਵਿਰੋਧੀਆਂ ਵੱਲੋਂ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਦੇ ਲਗਾਏ ਜਾ ਰਹੇ ਇਲਜ਼ਾਮਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਵਿਰੋਧੀਆਂ ਦੇ ਕੋਲ ਕੋਈ ਹੋਰ ਮੁੱਦਾ ਨਹੀਂ, ਜਿਸ ਕਾਰਨ ਉਹ ਸਰਕਾਰ ਨੂੰ ਬੇਮਤਲਬ ਘੇਰ ਰਹੇ ਨੇ। ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਨੰਗਲ ਦੇ ਸਰਕਾਰੀ ਹਸਪਤਾਲ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਅਤੇ ਕਿਹਾ ਕਿ ਨੰਗਲ ਵਿਖੇ ਖਾਲੀ ਪਈਆਂ ਡਾਕਟਰਾਂ ਦੀਆਂ ਹੋਰ ਅਸਾਮੀਆਂ ਨੂੰ ਭਰ ਕੇ ਇਸ ਹਸਪਤਾਲ ਨੂੰ ਜ਼ਿਲ੍ਹੇ ਦੇ ਬਿਹਤਰੀਨ ਹਸਪਤਾਲ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਕੀਰਤਪੁਰ ਸਾਹਿਬ ਵਿਖੇ ਇੱਕ ਟਰੋਮਾ सेंटर भी बनाया जाएगा। हॉस्पिटल च जितनी कमी है, चाहे वो डॉक्टर है, चाहे टेक्नीशियन है, चाहे क्लास 4 है, क्लास 3 है, क्लास 2 है, क्लास 1 है, कंबोज साहब ने रिक्वेस्ट की है ये अपनी डिमांड देंगे और वो डिमांड के मुताबिक सिद्धू साहब भर्ती करनगे। वो भर्ती सिर्फ नंगल के BVMB हस्पताल वास्ते होएगी। ਉਹਦੇ 'ਚ ਐਡਵਰਟਾਈਜ਼ਮੈਂਟ ਵਿੱਚ ਬਕਾਇਦਾ ਆਏਗਾ ਕਿ ਇਹਨਾਂ ਬੰਦਿਆਂ ਨੂੰ ਸਾਰੀ ਜ਼ਿੰਦਗੀ ਨੰਗਲ BVMB ਦੇ ਵਿੱਚ ਹੀ ਨੌਕਰੀ ਕਰਨੀ ਪਏਗੀ ਤਾਂ ਕਿ ਬਾਅਦ ਵਿੱਚ ਕੋਈ ਬਦਲੀ ਕਰਾ ਕੇ ਸੱਜੇ ਖੱਬੇ ਨਾ ਹੋਵੇ। ਅਗਲੀ ਰਿਕੁਐਸਟ ਮੈਂ ਇਹਨਾਂ ਨੂੰ ਇਹ ਵੀ ਕੀਤੀ ਹੈ ਵੀ ਕੋਈ ਇੱਦਾਂ ਦਾ ਵੀ ਬੰਦੋਬਸਤ ਕਰੋ ਉਸ ਭਰਤੀ ਦੇ ਵਿੱਚ ਕਿ ਨੰਗਲ ਹਲਕੇ ਨੂੰ ਉਹਦੇ 'ਚ ਕੁਝ ਪ੍ਰੈਫਰੈਂਸ ਮਿਲੇ, ਕਿਉਂਕਿ ਸਾਡੀਆਂ ਜ਼ਮੀਨਾਂ 'ਚ ਨਹਿਰਾਂ ਬਣੀਆਂ, ਡੈਮ ਬਣੇ, ਨੰਗਲ ਸ਼ਹਿਰ ਬਣਿਆ। ਕੁਛ ਇੱਦਾਂ ਦਾ ਬੰਦੋਬਸਤ ਵੀ ਕੀਤਾ ਜਾਵੇ ਕਿ ਸਾਡੇ ਬੱਚਿਆਂ ਵਾਸਤੇ ਕੁਛ ਉਹਦੇ 'ਚ ਰਾਈਡਰ ਲੱਗ ਜਾਏ ਕਿ ਸਾਡੇ ਬੱਚਿਆਂ ਨੂੰ ਥੋੜ੍ਹੀ ਜਿਹੀ ਉਹਦੇ 'ਚ ਪਹਿਲ ਮਿਲ ਸਕੇ ਜਿਹੜੇ ਸਾਡੇ ਇਲਾਕੇ ਦੇ ਹੈ। ਸੋ ਅਸੀਂ ਜਿੰਨਾ ਧਿਆਨ ਇਸ ਹਸਪਤਾਲ ਦਾ ਕਰਦੇ ਓਨਾ ਹੀ ਇਸ ਹਸਪਤਾਲ ਦਾ ਵੀ ਕਰਦੇ ਹਾਂ। ਦੂਜਾ ਮੈਂ ਸਿੱਧੂ ਸਾਹਿਬ ਦਾ ਧੰਨਵਾਦੀ ਹਾਂ। ਤੁਸੀਂ ਵੀ ਇੱਥੇ ਹੀ ਅਤੇ ਮੈਂ ਵੀ ਇੱਥੇ ਹੀ ਤਾਂ 10 ਸਾਲ ਨਿਕਲ ਗਏ। 2004 'ਚ ਪਤਾ ਨਹੀਂ 5 'ਚ ਅਸੀਂ ਨੀਂਹ ਪੱਥਰ ਰੱਖਿਆ ਤਾਂ ਸਵਾਹ ਸਾਡਾ ਨੀਂਹ ਪੱਥਰ ਤੋੜਨ ਤੋਂ ਬਿਨਾਂ ਕੁਛ ਨਹੀਂ ਹੋਇਆ। ਅੱਜ ਜੇ ਮੈਂ ਜ਼ਿਕਰ ਕਰਾਂ ਜਿਸ ਦਿਨ ਸਾਡੀ ਸਰਕਾਰ ਬਣੀ ਸੀ ਉਸ ਦਿਨ ਇੱਥੇ ਕਿਹਾ ਤਾਂ ਤੁਹਾਨੂੰ ਵੀ ਪਤਾ। ਹੁਣ ਕਈ ਵਾਰ ਹੁੰਦਾ ਕਾਹਲਪਣ ਵੀ 1 ਲੱਖ ਹੋ ਜਾਏ। 1 ਲੱਖ ਸਾਰੀਆਂ ਚੀਜ਼ਾਂ ਹੋਇਆ ਨਹੀਂ ਕਰਦੀਆਂ। ਕਰੋੜਾਂ ਰੁਪਈਆਂ ਦਾ ਮਾਮਲਾ ਹੈ। 6 ਕਰੋੜ ਰੁਪਏ ਦਾ ਇਕਵਿਪਮੈਂਟ ਆ ਚੁੱਕਿਆ ਇੱਥੇ ਸਾਡੀ ਸਰਕਾਰ 'ਚ। ਇਹ ਡਾਕਟਰ ਸਾਹਿਬਾਨ ਅਸੀਂ ਲੈ ਕੇ ਆਏ। ਇੱਥੇ ਤਾਂ ਜਿਹੜੇ ਬੈੱਡ ਵੀ ਲਿਆਂਦੇ ਤੇ ਉਹ ਬਰਾਰੀ ਦੇ ਹਸਪਤਾਲ ਤੋਂ ਚੱਕ ਕੇ ਲਿਆ ਕੇ ਇੱਥੇ ਉਦਘਾਟਨ ਕਰਕੇ ਚੌਥੇ ਦਿਨ ਉਦਘਾਟਨ ਤੋਂ ਬਾਅਦ ਚਲੇ ਗਏ। ਅਤੇ ਜੱਗ ਜਾਣਦਾ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਅਸੀਂ ਇਮਾਨਦਾਰੀ ਨਾਲ ਅਸੀਂ ਸਿੰਸੀਅਰ ਹੈ ਕਿ ਕਿਉਂਕਿ ਸਾਡੇ ਮੁੱਖ ਮੰਤਰੀ ਦਾ ਲਾਇਆ ਹੋਇਆ ਇਹ ਬੂਟਾ ਹੈ, ਇਹਨੂੰ ਕਾਮਯਾਬ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਹਨੂੰ ਕਰਾਂਗੇ, ਹਰ ਹੀਲੇ ਕਰਾਂਗੇ। ਜੋ ਜੋ ਇੱਥੇ ਦੀਆਂ ਕਮੀਆਂ ਹੈ ਅੱਜ ਉਹ ਸਾਰੀਆਂ ਲਿਖਾਤੀਆਂ। ਬਹੁਤ ਲੰਬੀ ਲਿਸਟ ਹੈ ਜਿਹੜੀ ਇਹਨਾਂ ਦੇ ਅਫਸਰਾਂ ਨੇ ਨੋਟ ਕੀਤੀ ਹੈ। ਇੱਦਾਂ ਹੀ ਗਰੇਵਾਲ ਜੀ ਨੇ ਜ਼ਿਕਰ ਕੀਤਾ ਕਿ ਜੀ ਇੱਥੇ ਰੌਲਾ ਪੈ ਗਿਆ ਸੀ। ਇਹ ਰੌਲੇ ਰਾਤੋਂ ਰਾਤ ਨਹੀਂ ਖਤਮ ਹੁੰਦੇ। ਇਹ ਰੌਲਾ ਇਸ ਕਰਕੇ ਪੈ ਗਿਆ ਕਿਉਂਕਿ ਡੈਥ ਉੱਥੇ ਹੋਈ ਹੈ। ਇਹ ਇਹਨਾਂ ਨੇ ਪੇਸ਼ੈਂਟ ਇੱਥੇ ਹੀ ਭੇਜਣਾ ਸੀ ਕਿਉਂਕਿ ਮੋਰਚਰੀ ਇੱਥੇ ਹੈ। ਅੱਜ ਜੇ ਨੂਰਪੁਰ ਬੇਦੀ ਡੈਥ ਹੁੰਦੀ ਹੈ ਤਾਂ ਨੂਰਪੁਰ ਬੇਦੀ ਦੀ ਡੈਥ ਦਾ ਜਿਹੜਾ ਹੈਗਾ ਪੋਸਟਮਾਰਟਮ ਉਹ ਆਨੰਦਪੁਰ ਹੁੰਦਾ, ਨੂਰਪੁਰ ਬੇਦੀ ਨਹੀਂ ਹੁੰਦਾ ਕਿਉਂਕਿ ਉੱਥੇ ਬੰਦੋਬਸਤ ਨਹੀਂ ਹੈ। ਇਸੇ ਢੰਗ ਨਾਲ ਸਾਡਾ ਜਿਹੜਾ ਹਸਪਤਾਲ ਹੈ ਇਹਦੇ 'ਚ ਅਜੇ ਬੰਦੋਬਸਤ ਨਹੀਂ ਥਾ, ਲੇਕਿਨ ਇਹਦਾ ਨੋਟੀਫਿਕੇਸ਼ਨ ਹੋ ਚੁੱਕਿਆ ਸਬ ਡਿਵੀਜ਼ਨਲ ਹਸਪੀਟਲ ਦਾ। ਇਸ ਕਰਕੇ BVMB ਦੇ ਡਾਕਟਰ ਕਹਿੰਦੇ ਸੀ ਕਿ ਸਾਡੀ ਜ਼ਿੰਮੇਵਾਰੀ ਨਹੀਂ ਹੈ। ਅਸੀਂ ਉਹਨੂੰ ਇਸ਼ੂ ਨੂੰ ਸੈਟਲ ਕਰਤਾ। ਲੇਕਿਨ ਅੱਜ ਸਿੱਧੂ ਸਾਹਿਬ ਤੋਂ ਵਚਨ ਲਿਆ ਸੀ ਕਿ ਇੱਥੇ ਦੀ ਜਿਹੜੀ ਮੋਰਟਰੀ ਹੈ ਇਹਦੀ ਜਿਹੜੀ ਸਾਡੇ ਹਸਪਤਾਲ ਦੀ 6 ਮਹੀਨੇ ਦੇ ਅੰਦਰ ਇੱਥੇ ਦਾ ਡੈੱਡ ਹਾਊਸ ਇੱਥੇ ਦਾ ਅਲੱਗ ਤਿਆਰ ਹੋਏਗਾ। ਇੱਥੋਂ ਦੇ ਪੋਸਟਮਾਰਟਮ ਇੱਥੇ ਹੋਇਆ ਕਰਨਗੇ। ਕੈਨਾਲ ਹਸਪੀਟਲ ਦੇ ਜਿਹੜੇ ਪੋਸਟਮਾਰਟਮ ਹੈ ਉਹ ਕੈਨਾਲ ਹਸਪੀਟਲ 'ਚ ਹੋਇਆ ਕਰਨਗੇ। ਅਸੀਂ ਆਪਣਾ ਹਲੇ ਸਾਡਾ 1.5 ਪੌਣੇ 2 ਸਾਲ ਬਚਦਾ ਆ, ਹਲੇ ਨਹੀਂ ਚੱਲੇ ਅਸੀਂ। ਜਦ ਤੱਕ ਅਸੀਂ ਹੈਗੇ ਹੈ
ਜੋ ਕਮਿਟਮੈਂਟ ਕੀਤੀ ਹੈ ਲੋਕਾਂ ਨਾਲ, ਜੋ ਵਾਅਦਾ ਕੀਤਾ ਹੈ ਉਹ ਸਾਰਾ ਪੂਰਾ ਕਰਾਂਗੇ। ਸਾਡੇ ਵਾਸਤੇ ਪਵਿੱਤਰ ਸੁਗੰਧ ਦੀ ਤਰ੍ਹਾਂ ਹੈ। ਸਾਡੇ ਵਾਸਤੇ ਉਹ ਨਹੀਂ ਹੈਗਾ ਵੀ ਲਿਆ ਕੇ ਇੱਥੇ ਮੰਜੇ ਕਿਤੇ ਚੱਕ ਲਿਆਂਦੇ ਆ, ਡਾਕਟਰ ਕਿਤੇ ਲਿਆਂਦਾ, ਨਰਸ ਕਿਤੇ ਫੜ ਲਿਆਂਦੀ, ਲਿਆ ਕੇ ਉਦਘਾਟਨ ਕਰਕੇ ਚੌਥੇ ਦਿਨ ਬੰਦ ਕਰਕੇ ਆਪਣੇ ਘਰ ਨੂੰ ਚਲੇ ਜਾਓ। ਅਸੀਂ ਉਹ ਕੰਮ ਨਹੀਂ ਕਰ ਰਹੇ। ਮੁਸ਼ਕਿਲ ਬੜਾ ਹੈ। ਹੁਣ ਅੱਗੇ ਆ ਜਾਓ ਤੁਸੀਂ ਕੋਵਿਡ 'ਤੇ ਕੁਝ ਦਿੱਕਤਾਂ ਆਈਆਂ ਹੈ, ਸਾਨੂੰ ਵੀ ਆਈਆਂ, DC ਸਾਹਿਬ ਨੂੰ ਵੀ ਆਈਆਂ, ਸਿੱਧੂ ਸਾਹਿਬ ਨੂੰ ਵੀ ਆਈਆਂ, ਸੂਬਾ ਸਰਕਾਰ ਨੂੰ ਵੀ ਆਈਆਂ। ਕਹਿਣਾ ਬਹੁਤ ਸੌਖਾ ਵੀ ਉੱਥੇ ਆ ਨਹੀਂ ਹੋਇਆ। 90,000 NRI ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚ ਆਇਆ। 90,000 NRI ਨੂੰ ਪੰਜਾਬ ਦੇ ਹੈਲਥ ਡਿਪਾਰਟਮੈਂਟ ਔਰ ਪੰਜਾਬ ਦੀ ਬਹਾਦਰ ਪੁਲਿਸ ਦੇ ਲੋਕਾਂ ਨੇ ਸੰਭਾਲਿਆ, ਲੇਕਿਨ ਕੋਵਿਡ ਤੋਂ ਫਿਰ ਬਚਾਅ ਕੀਤਾ। ਇੱਦਾਂ ਹੀ ਵੱਡੀ ਗਿਣਤੀ 'ਚ ਲੋਕੀ ਮਹਾਰਾਸ਼ਟਰ ਤੋਂ ਆਏ ਹੈ, ਵੱਡੀ ਗਿਣਤੀ 'ਚ ਲੋਕੀ ਬਾਹਰੋਂ ਆਏ ਹੈ, ਲੇਕਿਨ ਕਿਸੇ ਨੂੰ ਇਹ ਸੁਪਨਾ ਤਾਂ ਨਹੀਂ ਤਾਂ ਵੀ ਇੱਥੇ ਕੋਰੋਨਾ ਆ ਜਾਏਗਾ ਜਾਂ ਕੋਵਿਡ ਆ ਜਾਏਗਾ। ਇਹ ਤਾਂ ਕਦੇ ਕਿਸੇ ਨੇ ਅੰਦਾਜ਼ਾ ਹੀ ਨਹੀਂ ਲਾਇਆ। ਇਸ ਮਹਾਮਾਰੀ ਵਾਸਤੇ ਇੱਕ ਹਿੰਦੁਸਤਾਨ ਨਹੀਂ, ਜੇ ਅਸੀਂ ਕਹੀਏ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਾਂ ਸੂਬਾ ਸਰਕਾਰ ਜ਼ਿੰਮੇਵਾਰ ਹੈ, ਸਾਰੀ ਦੁਨੀਆ ਜਿਹੜੀ ਹੈ ਅੱਜ ਇਸ ਬਿਮਾਰੀ ਦੇ ਅੱਗੇ ਢੇਰੀ ਹੋ ਗਈ। ਸਾਰੀ ਦੁਨੀਆ ਜਿਹਦਾ ਮੁਕਾਬਲਾ ਨਹੀਂ ਕਰ ਪਾ ਰਹੀ, ਕਿਉਂਕਿ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਕਿ ਇੱਦਾਂ ਦੀ ਮਹਾਮਾਰੀ ਆ ਜਾਊਗੀ। ਅਮਰੀਕਾ ਤੇ ਵੱਡੀ ਕੋਈ ਤਾਕਤ ਨਹੀਂ। ਜੇ ਕਿਤੇ ਇੱਕ ਸਿਪਾਹੀ ਉਹਨਾਂ ਦਾ ਮਰਦਾ ਹੈ, ਉਹ ਹਜ਼ਾਰਾਂ ਮੀਲ ਜਾ ਕੇ ਉੱਥੇ ਜਾ ਕੇ ਹਮਲਾ ਕਰਕੇ ਉਹਨਾਂ ਨੇ ਦੇਸ਼ ਤਬਾਹ ਕੀਤੇ ਹੈ, ਲੇਕਿਨ ਅੱਜ ਕਰੋਨਾ ਨੇ ਅਮਰੀਕਾ ਵੀ ਤਬਾਹ ਕਰਤਾ। ਕਹਿਣਾ ਬੜਾ ਸੌਖਾ, ਨੁਕਤਾਚੀਨੀ ਬੜੀ ਸੌਖੀ ਹੈ, ਆਹ 2 ਲਾਈਨ ਅੱਖਰ ਲਿਖਣੇ ਬੜੇ ਸੌਖੇ ਹੈ, ਲੇਕਿਨ ਬਹਾਦਰ ਅਫਸਰਾਂ ਨੇ, ਮੈਂ ਇਹਨੂੰ DC ਸਾਹਿਬ ਨੂੰ ਵੀ ਆਪਣਿਆਂ ਨੂੰ ਕਿਹਾ ਵੀ ਤੁਸੀਂ ਆਪ ਵੀ ਮਤਲਬ ਮੁਸ਼ਕਿਲ 'ਚ ਆ ਜਾਓਗੇ ਔਰ ਆਪਣੇ ਅਫਸਰਾਂ ਨੂੰ ਵੀ ਲਿਆਓਗੇ। ਆਪ ਜਾ ਕੇ ਜਿਹੜੇ ਮਰੀਜ਼ ਤੇ ਕੋਵਿਡ ਦੇ, ਸਾਡੇ DC ਸਾਹਿਬ ਉੱਥੇ ਆਪ ਜਾਂਦੇ ਰਹੇ ਹੈ, ਆਪ ਆਪਣੇ ਅਫਸਰਾਂ ਨੂੰ ਲੈ ਕੇ ਜਾਂਦੇ ਰਹੇ ਹੈ। ਅਜੇ ਵੀ ਖਤਰਾ ਟਲਿਆ ਨਹੀਂ, ਲੇਕਿਨ ਅਸੀਂ ਦਿਮਾਗੀ ਤੌਰ ਪਰ ਵੀ ਹਰ ਤਰੀਕੇ ਨਾਲ ਤਿਆਰ ਹੈ। ਇਹਦਾ ਮੁਕਾਬਲਾ ਕਰਾਂਗੇ। ਅੱਜ ਦੇ ਦਿਨ 'ਚ ਕੇਰਲਾ ਤੇ ਪੰਜਾਬ ਨੂੰ ਸਾਰੀ ਦੁਨੀਆ ਨੇ ਮੰਨਿਆ ਕਿ ਹਿੰਦੁਸਤਾਨ 'ਚ ਸਭ ਤੋਂ ਵਧੀਆ ਲੜਾਈ ਲੜੀ ਹੈ। ਕੱਲ੍ਹ ਦਾ ਪਤਾ ਨਹੀਂ, ਕੱਲ੍ਹ ਵਾਸਤੇ ਤੁਹਾਡਾ ਸਹਿਯੋਗ ਮੰਗਦੇ ਹਾਂ। ਲੋਕਾਂ ਨੂੰ ਅਵੇਅਰ ਕਰੋ, ਲੋਕਾਂ ਨੂੰ ਦੱਸੋ। ਕੱਲੇ ਦੀ ਰਾਖੀ ਬਲਵੀਰ ਸਿੰਘ ਸਿੱਧੂ ਨਹੀਂ ਕਰ ਸਕਦਾ, ਕੱਲੇ ਦੀ ਰਾਖੀ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕਦੇ, ਕੱਲੇ ਦੀ ਰਾਖੀ ਸਾਡੇ ਅਫਸਰ ਨਹੀਂ ਕਰ ਸਕਦੇ। ਜਦ ਤੱਕ ਲੋਕ ਅਵੇਅਰ ਨਹੀਂ ਹੁੰਦੇ, ਉਦੋਂ ਤੱਕ ਕੋਈ ਗੱਲ ਬਣ ਨਹੀਂ ਸਕਦੀ। ਉਸ ਪਾਸੇ ਨੂੰ ਤੁਰੋ, ਪੋਜ਼ਿਟਿਵਿਟੀ ਵੱਲ ਨੂੰ ਤੁਰੋ, ਤਾਂ ਕਿ ਲੋਕ ਜਾਗਰੂਕ ਹੋ ਕੇ ਐਡਮਿਨਿਸਟ੍ਰੇਸ਼ਨ ਦੀ ਮਦਦ ਕਰਨ, ਸਰਕਾਰ ਦੀ ਮਦਦ ਕਰਨ। ਸਰਕਾਰ ਵਚਨਬੱਧ ਹੈ, ਨੰਬਰ 1। ਨੰਬਰ 2, ਗਰੇਵਾਲ ਸਾਹਿਬ ਨੇ ਪੁੱਛਿਆ ਕਿ ਜੀ ਤੁਸੀਂ ਲਿਖ ਕੇ ਲਾਤਾ ਵੀ ਮੈਨੂੰ ਨਾ ਮਿਲਿਓ। ਕਦੇ ਫੌਜ ਦਾ ਜਰਨੈਲ ਜਿਹੜਾ ਚੀਫ ਆਫ ਦਾ ਆਰਮੀ ਸਟਾਫ ਹੈ, ਕਦੇ ਬਾਰਡਰ 'ਤੇ ਦੇਖਿਆ ਖੜਾ? ਨਹੀਂ ਜਾਂਦਾ। ਉਹਨੇ ਸਾਰਾ ਕੰਟਰੋਲ ਕਰਨਾ, ਉਹਨੇ ਸਾਰਾ ਕੁਝ ਦੇਖਣਾ, ਉਹਨੇ ਪਿੱਛੇ ਬੈਠ ਕੇ ਉਹਨੇ ਸਾਰੀ ਮੈਨੇਜਮੈਂਟ ਕਰਨੀ ਹੈ। ਜੇ 150 ਬੰਦੇ ਨੂੰ 200 ਨੂੰ ਰੋਜ਼ ਮਿਲੀ ਜਾਊਗਾ, ਉਹਦੇ ਕੋਲ ਮੇਲਾ ਲੱਗਿਆ ਰਹੂਗਾ, ਉਹ ਨਹੀਂ ਕਰ ਸਕਦਾ ਕੁਝ ਵੀ। ਉਹਨੇ ਮੈਨੇਜਮੈਂਟ ਕਰਨੀ ਹੈ, ਅਤੇ ਮੈਨੇਜਮੈਂਟ ਤਾਂ ਹੀ ਕਰ ਸਕਦਾ ਜੇ ਉਹਦੇ ਕੋਲ ਮੁਕੰਮਲ ਟਾਈਮ ਹੈ। ਟਾਈਮ ਤਾਂ ਹੋਊਗਾ ਜੇ ਬਾਕੀ ਗਰਜਾਂ ਤੋਂ ਵਿਹਲਾ ਹੋ ਜਾਊਗਾ। ਕਿਸੇ ਦੀ ਬਦਲੀ ਹੈ, ਕਿਸੇ ਦਾ ਥਾਣੇ ਦਾ ਕੰਮ ਹੈ, ਕੋਈ ਕਹਿੰਦਾ ਮੇਰਾ ਪਟਵਾਰੀ ਬਦਲਾ ਦੇ, ਕੋਈ ਕਹਿੰਦਾ ਮੇਰਾ ਕਾਨੂੰਗੋ ਬਦਲਾ। ਸਾਨੂੰ ਹਜ਼ਾਰਾਂ ਲੋਕ ਮਿਲਦੇ ਹੈ, ਲੇਕਿਨ ਜਿਸ ਵੇਲੇ ਐਡੀ ਵੱਡੀ ਜ਼ਿੰਮੇਵਾਰੀ ਕਰੋਨਾ ਨਾਲ ਲੜਾਈ ਲੜਨ ਦੀ ਇੱਕ ਸ਼ਖਸ ਨੂੰ ਮਿਲੀ ਹੋਵੇ, ਉਹ ਇੱਕੋ ਹੀ ਕੰਮ ਕਰ ਸਕਦਾ, ਜਾਂ ਲੋਕਾਂ ਦੀਆਂ ਬਗਾਰਾਂ ਕਰ ਸਕਦਾ ਛੋਟੀਆਂ, ਜਾਂ ਆਪਣੇ ਪਿੱਛੇ ਬੈਠ ਕੇ ਸਾਰੇ ਸੂਬੇ ਨੂੰ ਕੰਟਰੋਲ ਕਰ ਸਕਦਾ। ਮੈਂ ਸਿੱਧੂ ਸਾਹਿਬ ਨੂੰ ਵਧਾਈ ਦਿੰਦਾ, ਕਪਤਾਨ ਸਾਹਿਬ ਨੂੰ ਵਧਾਈ ਦਿੰਦਾ, CM ਸਾਹਿਬ ਨੂੰ, ਕਿ ਤੁਸੀਂ ਬਹਾਦਰ ਹੋ ਕੇ ਪੰਜਾਬ 'ਚ ਲੜਾਈ ਲੜੀ ਹੈ। ਉਹ ਲੜਾਈ ਲੜੀ ਹੈ ਜਿਹਦਾ ਨਾ ਸਾਨੂੰ ਪਤਾ ਤਾਂ ਸਾਡੇ ਗਲ ਪੈ ਜਾਣੀ ਹੈ, ਔਰ ਅਜੇ ਤੱਕ ਜਿਹੜੇ ਅਮਰੀਕਾ ਵਰਗੇ ਮੁਲਕ ਹੈ ਉਹਨਾਂ ਨਾਲੋਂ ਬਿਹਤਰ ਰਿਜ਼ਲਟ ਦਿੱਤਾ। ਭਗਵਾਨ ਕਿਰਪਾ ਕਰੇ, ਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡੀ ਇਹ ਲੜਾਈ ਜਾਰੀ ਰੱਖਾਂਗੇ ਔਰ ਸਾਡਾ ਬਚਾਅ ਹੋ ਜਾਏ। ਸੋ ਮੈਂ ਤੁਹਾਡਾ ਸ਼ੁਕਰਗੁਜ਼ਾਰ ਹੈ ਅਫਸਰ। ਕਰੋਨਾ ਦੇਖੋ, ਹੁਣ ਲੋਕਡਾਊਨ ਖੁੱਲ੍ਹ ਗਿਆ, ਅਸੀਂ ਬਾਜ਼ਾਰ ਖੋਲ੍ਹੇ ਨੇ, ਇੰਡਸਟਰੀ ਖੋਲ੍ਹੀ ਹੈ, ਵਪਾਰ ਖੋਲ੍ਹਿਆ ਹੈ। ਸਾਨੂੰ ਕਰੋਨਾ ਹੁੰਦੇ ਹੋਏ ਰਹਿਣਾ ਸਿੱਖਣਾ ਪੈਣਾ, ਕਰੋਨਾ ਦੇ ਨਾਲ ਰਹਿਣਾ। ਹਾਂ, ਸਾਨੂੰ ਕਰੋਨਾ ਨੂੰ ਵੀ ਦੇਖਣਾ ਪੈਣਾ, ਆਪਣਾ ਬਚਾਓ ਵੀ ਕਰਨਾ ਹੈ ਤੇ ਆਪਣਾ ਕਾਰੋਬਾਰ ਵੀ ਕਰਨਾ ਹੈ, ਜ਼ਿੰਦਗੀ ਨੂੰ ਵੀ ਲੀਹ ਤੇ ਲਿਆਉਣਾ, ਜ਼ਿੰਦਗੀ ਲੀਹ ਤੇ ਲਿਆਉਣਾ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਨਾ। ਜੇ ਅਸੀਂ ਲੋਕਡਾਊਨ ਕੋਈ ਹੱਲ ਨਹੀਂ ਇਹਦਾ, ਕਰਫਿਊ ਕੋਈ ਹੱਲ ਨਹੀਂ ਇਹਦਾ, ਸਿਰ ਜਿਵੇਂ ਅੱਜ ਆਪਾਂ ਸਾਰਿਆਂ ਨੇ ਮਾਸਕ ਪਾਇਆ, ਇਹਦਾ ਜਿਹੜਾ ਅਸੀਂ ਪ੍ਰੀਕਾਸ਼ਨਰੀ ਹੈਗੀਆਂ ਉਹ ਸਾਰੀਆਂ ਸਾਨੂੰ ਲੈਣੀਆਂ ਪੈਣਗੀਆਂ, ਤੇ ਅਸੀਂ ਤਾਂ ਹੀ ਅੱਗੇ ਵੱਧ ਸਕਦੇ, ਤਾਂ ਹੀ ਬਚ ਸਕਦੇ। ਧੰਨਵਾਦ। ਸਰ, ਅੱਜ ਆਏ ਹੋ ਤੁਸੀਂ ਨੰਗਲ ਅਨੰਦਪੁਰ ਸਾਹਿਬ ਦੇ ਨਤਮਸਤਕ ਹੋ, ਕੀ ਕਹਿਣਾ ਚਾਹੋਗੇ? ਐਕਚੁਅਲੀ ਮੇਰਾ ਟੂਰ ਸੀਗਾ ਨੰਗਲ ਦਾ। ਨੰਗਲ ਜਿਹੜਾ ਹਸਪੀਟਲ ਬਣਿਆ ਨਵਾਂ, ਉਹਨੂੰ ਸਾਰਾ ਉਹਦਾ ਅਪਗ੍ਰੇਡੇਸ਼ਨ ਹੋਈ ਹੈ, ਉਹਨੂੰ ਦੇਖਣ ਵਾਸਤੇ ਮੈਂ ਗਿਆ ਸੀ ਵੀ ਸਾਰੀ ਮਸ਼ੀਨ ਵਗੈਰਾ ਆਕੂਪਾਈਡ ਹੋ ਗਈ ਜਾਂ ਉੱਥੇ ਇੰਸਟਾਲ ਹੋਈ ਕਿ ਨਹੀਂ ਹੋਈ, ਅਤੇ ਉਹ ਸਾਰਾ ਕੁਛ ਜਿਹੜਾ ਹੈਗਾ ਉੱਥੇ ਆਲਰੇਡੀ ਸਿਸਟਮ ਚੱਲ ਰਿਹਾ। 3 ਕਰੋੜ ਦੀ ਮਸ਼ੀਨਰੀ ਆਲਰੇਡੀ ਲੱਗ ਚੁੱਕੀ ਹੈ, 3 ਕਰੋੜ ਦੀ ਹੋਰ ਪਾਈਪਲਾਈਨ ਦੇ ਵਿੱਚ ਹੈ, ਅਤੇ ਥੋੜ੍ਹੇ ਦਿਨਾਂ 'ਚ ਉਹ ਵੀ ਸਾਰੀ ਆ ਜਾਣੀ ਹੈ, ਕਿ ਲੋਕਡਾਊਨ ਕਰਕੇ ਸਾਰਾ ਕੰਮ ਰੁਕ ਗਿਆ ਸੀਗਾ, ਅਤੇ ਉਹ ਹਸਪੀਟਲ ਇੱਕ ਬਿਹਤਰ ਹਸਪੀਟਲ ਬਣਾਇਆ ਜਾਊਗਾ।
ਕਿਉਂਕਿ ਸਾਡਾ ਜਿਹੜਾ ਕਸਬਾ ਨੰਗਲ ਬਹੁਤ ਵੱਡਾ ਹੈਗਾ ਤੇ ਬਹੁਤ ਵੱਡੀ ਪਾਪੂਲੇਸ਼ਨ ਹੈਗੀ ਆ ਤੇ ਉਹਨੂੰ ਰਾਣਾ ਜੀ ਦਾ ਹੁਕਮ ਸੀ ਕਿ ਤੇ ਤੁਸੀਂ ਇਹਨੂੰ ਜ਼ਰੂਰ ਇੱਕ ਵਾਰੀ ਦੌਰਾ ਕਰੋ ਤੇ ਉੱਥੇ ਬੈਠ ਕੇ ਸਾਰੇ ਅਫਸਰ ਸਾਹਿਬਾਨ ਸਾਡੇ ਜ਼ਿਲ੍ਹੇ ਦੇ ਡੀਸੀ ਐਸਡੀਐਮ ਖੜੀ ਆ ਨਾਲ ਤੇ ਪਲੱਸ ਸਾਡੇ ਮੇਰੇ ਮਹਿਕਮੇ ਦੇ ਸਾਰੇ ਅਫਸਰ ਸਾਹਿਬਾਨ ਉੱਥੇ ਆਏ ਸੀ ਤੇ ਸਾਰਾ ਅਸੀਂ ਰਿਵਿਊ ਕੀਤਾ। ਜਦੋਂ ਕਮੀ ਸਾਰੇ ਦੂਰ ਕਰਾਂਗੇ ਤੇ ਵਧੀਆ ਬਣਾਵਾਂਗੇ। ਸਰ ਕੇਰਲ ਤੋਂ ਬਾਅਦ ਕਰੋਨਾ ਨੂੰ ਕੰਟਰੋਲ ਕਰਨ ਦੇ ਵਿੱਚ ਪੰਜਾਬ ਦੂਸਰੇ ਨੰਬਰ ਤੇ ਹੈ, ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਪ੍ਰਸ਼ਾਸਨ ਦੀ ਕਿੰਨੀ ਕੁ ਹਿੱਸੇਦਾਰੀ ਹੈ ਔਰ ਸਰਕਾਰ ਦੀ ਕਿੰਨੀ? ਸਭ ਤੋਂ ਵੱਡੀ ਹਿੱਸੇਦਾਰੀ ਇਸ ਵਾਹਿਗੁਰੂ ਦੇ ਘਰ ਦੀ ਹੈ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਤੇ ਅਪਾਰ ਬਖਸ਼ਿਸ਼ ਹੋਈ ਹੈ ਕਿ ਉਹਨਾਂ ਨੇ ਬੜੀ ਹਿੰਮਤ ਤੇ ਦਲੇਰੀ ਦੇ ਨਾਲ ਇਸ ਲੜਾਈ ਦੇ ਨਾਲ ਸਾਨੂੰ ਸਾਰਿਆਂ ਨੂੰ ਜੁਝਣ ਵਾਸਤੇ ਤਿਆਰ ਕੀਤਾ ਤੇ ਬੜੀ ਸਾਨੂੰ ਹੱਲਾਸ਼ੇਰੀ ਦਿੱਤੀ ਤੇ ਬੜੇ ਅੱਛੀ ਮਿਲਟਰੀ ਕੀਤੀ ਉਹਨਾਂ ਨੇ ਤੇ ਸਭ ਤੋਂ ਵੱਡਾ ਕ੍ਰੈਡਿਟ ਤਾਂ ਸੱਚੇ ਪਾਤਸ਼ਾਹ ਨੂੰ ਜਾਂਦਾ ਹੈ, ਦੂਸਰਾ ਸੀਐਮ ਸਾਹਿਬ ਨੂੰ ਤੇ ਸਾਰੀ ਪੰਜਾਬ ਦੀ ਜਨਤਾ ਨੂੰ। ਉਸ ਤੋਂ ਬਾਅਦ ਸਾਡਾ ਜਿਹੜਾ ਪ੍ਰਸ਼ਾਸਨ ਹੈ, ਸਾਡੇ ਡਾਕਟਰਾਂ ਦੀ ਟੀਮ, ਮੈਡੀਕਲ ਟੀਮਾਂ ਨੇ ਤੇ ਪਲੱਸ ਜਿੰਨਾ ਪੁਲਿਸ ਪ੍ਰਸ਼ਾਸਨ ਲਾ ਲਓ, ਹਰ ਇੱਕ ਬੰਦੇ ਨੇ ਲੈ ਕੇ ਆਏ। ਇੱਕ ਆਸ਼ਾ ਵਰਕਰ ਤੋਂ ਕਲਾਸ 4 ਤੋਂ ਉੱਪਰ ਤੱਕ ਸਾਰਾ ਮੈਡੀਕਲ ਸਟਾਫ ਸੀਗਾ ਤੇ ਸਾਰੇ ਮਹਿਕਮਿਆਂ ਦੇ ਜਿਹੜੇ ਸਟਾਫ ਦੇ EMPLOYEE ਸੀ ਤੇ ਸਾਰੇ ਅਫਸਰ ਸਾਹਿਬਾਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਇਸ ਕਰਕੇ ਅਸੀਂ ਇਹ ਲੜਾਈ ਦੇ ਵਿੱਚ ਕਾਫੀ ਕੰਟਰੋਲ ਕੀਤਾ ਹੈ। ਲੇਕਿਨ ਹਾਲੇ ਲੜਾਈ ਮੁੱਕੀ ਨਹੀਂ, ਲੜਾਈ ਲੰਬਾ ਸਮਾਂ ਚੱਲੇਗੀ ਪਰ ਅਸੀਂ ਪੂਰੇ ਪ੍ਰਪੇਅਰ ਵੀ ਹਾਂ। ਬਾਬੇ ਬਾਕੀ ਅੱਜ ਬਾਬੇ ਕਹਿੰਦਾ ਅਰਦਾਸ ਕੀਤੀ, ਕੱਲ੍ਹ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ, ਅੱਜ ਇੱਥੇ ਹੀ ਮੱਥਾ ਟੇਕਿਆ, ਅਰਦਾਸ ਕੀਤੀ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਤੇ ਤਾਕਤ ਬਖਸ਼ੋ ਕਿ ਅਸੀਂ ਇਸ ਲੜਾਈ ਨੂੰ ਚੰਗੇ ਤਰੀਕੇ ਨਾਲ ਲੜੀਏ ਤੇ ਜਿੱਤੀਏ ਤੇ ਲੋਕਾਂ ਨੂੰ ਪੰਜਾਬ ਦੇ ਨੂੰ ਇੱਕ ਚੰਗੀ ਸਿਹਤ ਮਿਲੇ ਤੇ ਤੰਦਰੁਸਤੀ ਮਿਲੇ ਤੇ ਦੁਬਾਰਾ ਜਿਹੜਾ ਸਾਡਾ ਪੰਜਾਬ ਦਾ ਗੱਡੀ ਲੀਹ ਤੋਂ ਰਹੀ ਹੋਈ ਹੈ ਦੁਬਾਰਾ ਆਪਣੇ ਲਾਈਨ 'ਤੇ ਆਵੇ ਤੇ ਪੰਜਾਬ ਮੁੜ ਤਰੱਕੀਆਂ ਦੀਆਂ ਬੁਲੰਦੀਆਂ ਵੱਲ ਵਧੇ। ਸਰ ਗਰੀਬ ਵਰਗ ਲਈ ਔਰ ਇੰਡਸਟਰੀਜ਼ ਲਈ ਤਾਂ ਸਰਕਾਰ ਸੋਚ ਰਹੀ ਹੈ, ਪਰ ਜਿਹੜਾ ਮੀਡੀਅਮ ਵਰਗ ਹੈਗਾ ਉਹ ਕਿਤੇ ਨਾ ਕਿਸੇ ਨੂੰ ਕਹਿ ਸਕਦਾ ਨਾ ਕਰ ਸਕਦਾ, ਉਹਦੇ ਲਈ ਕੋਈ ਰਿਆਇਤਾਂ ਜਾਂ ਉਹਦੇ ਲਈ ਕੀ ਕੀਤਾ ਜਾ ਰਿਹਾ? ਦੇਖੋ ਇਹ ਸਾਰਾ ਕੁਝ ਸਰਕਾਰ ਦੇ ਧਿਆਨ ਗੋਚਰ ਹੈ ਲੇਕਿਨ ਸਮੇਂ-ਸਮੇਂ 'ਤੇ ਸਾਰਾ ਕੁਝ ਫੈਸਲੇ ਲੈ ਜਾਂਦੇ ਨੇ। ਸਭ ਤੋਂ ਪਹਿਲਾਂ ਜਿਹੜਾ ਬੰਦਾ ਬਿਲਕੁਲ ਹੈਂਡ ਟੂ ਮਾਊਥ ਹੁੰਦਾ ਉਸ ਬੰਦਾ ਕੀਤਾ ਜਾਂਦਾ, ਉਸ ਤੋਂ ਬਾਅਦ ਫਿਰ ਜਿਹੜਾ ਥੋੜਾ ਉਸ ਤੋਂ ਮਿਡੋਕਰ ਸਾਈਡ ਦਾ ਉਹਦੇ ਵਾਸਤੇ ਕੀਤਾ ਜਾਂਦਾ ਹੈ। ਦੇਖੋ ਪੈਨਸ਼ਨਾਂ ਸੀਗੀਆਂ ਜਾਂ ਹੋਰ ਸਕੀਮਾਂ ਸੀ, ਸਾਰੇ ਪੈਸੇ ਪ੍ਰੋਪਰ ਤਰੀਕੇ ਨਾਲ ਪਏ ਨੇ। ਸਭ ਤੋਂ ਪਹਿਲਾਂ ਲਾਈਫ ਹੈ, ਜੇ ਲਾਈਫ ਤਾਂ ਅਸੀਂ ਸਭ ਕੁਝ ਕਰ ਸਕਦੇ ਹਾਂ ਤੇ ਲਾਈਫ ਨੂੰ ਬਚਾਉਣਾ ਜ਼ਰੂਰੀ ਹੁੰਦਾ ਤੋਂ ਬਚਾਇਆ ਗਿਆ। ਹੁਣ ਆਪਾਂ ਦੁਬਾਰੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਵੀ ਕਰਨਾ। ਦੂਜੀ ਗੱਲ ਮੈਂ ਕਿ ਤੁਹਾਡੇ ਰਾਹੀਂ ਅਪੀਲ ਕਰਨੀ ਚਾਹੂੰਗਾ ਸਾਰਿਆਂ ਨੂੰ ਕਿ ਕਰੋਨਾ ਇੱਕ ਦਿਨ ਦੀ ਬਿਮਾਰੀ ਨਹੀਂ ਹੈ, ਇਹ ਲੰਬੇ ਸਮੇਂ ਦੀ ਬਿਮਾਰੀ ਹੈ ਤੇ ਸਾਨੂੰ ਸਾਰਿਆਂ ਨੂੰ ਬਿਮਾਰੀ ਦੇ ਹੁੰਦੇ ਹੋਏ ਚੱਲਦੇ ਹੋਏ ਵੀ ਆਪਣੇ ਆਪ ਪ੍ਰੀਕਾਸ਼ਨ ਰੱਖ ਕੇ ਆਪਣੇ ਆਪ ਨੂੰ ਬਚਾ ਕੇ ਤੇ ਸਾਨੂੰ ਇਹ ਕੰਮ ਵੀ ਕਰਨਾ ਚਾਹੀਦਾ ਹੈ ਤੇ ਜੇ ਲਾਕਡਾਊਨ ਅਸੀਂ ਕਹਿੰਦਾ ਕੋਈ ਹੱਲ ਨਹੀਂ ਹੈ, ਕਰਫਿਊ ਦਾ ਕੋਈ ਹੱਲ ਨਹੀਂ ਹੈ ਤੇ ਪਲੱਸ ਪ੍ਰੀਕਾਸ਼ਨ ਵੀ ਲੈਣੀ ਚਾਹੀਦੀ। ਸਰ ਵਿਰੋਧੀ ਜਿਹੜੇ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਤੇ ਸ਼ਰਾਬ ਮਾਫੀਆ ਨੂੰ ਲੈ ਕੇ ਘੇਰ ਰਿਹਾ ਸਰਕਾਰ ਨੂੰ। ਦੇਖੋ ਤੁਹਾਡੇ ਸਾਹਮਣੇ ਇੱਦਾਂ ਵਿਰੋਧੀ ਦਾ ਕੰਮ ਕੀ ਹੁੰਦਾ ਹੈ। ਵਿਰੋਧੀਆਂ ਦਾ ਸਾਨੂੰ ਉਹ ਕਹਿੰਦੇ ਵੀ ਪੰਜਾਬ 'ਚ ਮਹਾਮਾਰੀ ਦਾ ਕੰਟਰੋਲ ਨਹੀਂ ਹੋਇਆ। ਸਾਰਾ ਸੰਸਾਰ ਕੂਕਦਾ ਕਿ ਪੰਜਾਬ ਨੰਬਰ 1 ਤੇ ਹੈਗਾ, ਸਾਰਾ ਸੰਸਾਰ ਕੂਕਦਾ ਕਿ ਪੰਜਾਬ ਨੇ ਤਰੱਕੀ ਕੀਤੀ ਹੈ, ਪੰਜਾਬ ਨੇ ਸਮੇਂ ਸਿਰ ਸਾਰੇ ਫੈਸਲੇ ਲਏ ਨੇ, ਪੰਜਾਬ ਨੇ ਅਸੀਂ ਜੋ ਮੈਨੀਫੈਸਟੋ 'ਚ ਆਪਣੇ ਵਾਅਦੇ ਕੀਤੇ ਆ ਕੱਲਾ ਪੂਰਾ ਕਰਨਾ ਹੈ। ਉਹਨਾਂ ਨੂੰ ਤਕਲੀਫ ਹੈ ਕਿ ਵੀ ਅਸੀਂ ਪਾਵਰ ਤੋਂ ਬਾਹਰ ਕਿਉਂ ਹੈਗੇ, ਪਰ ਉਹਨਾਂ ਦਾ ਸੁਪਨਾ ਪੂਰਾ ਨਹੀਂ ਹੋਣਾ। ਸੱਚੇ ਪਾਤਸ਼ਾਹ ਦੀ ਪਾਰ ਬਖਸ਼ਿਸ਼ ਹੋਣੀ ਹੈ, ਅਗਲੀ ਵਾਰ ਸਰਕਾਰ ਦਬ ਕੇ ਬਣਾਵਾਂਗੇ।